हम लोग तवांग की ओर अग्रसर थे। तवांग से 35 किलोमीटर पहले जसवंतगढ़ नाम का स्थल आया। यहाँ पर राइफलमैन जसवंत सिंह रावत, जो के डोगरा रेजिमेंट से थे, उन्होंने अगम्य साहस और बहादुरी का परिचय दिया था। 1962 की वार में उन्होंने तकरीबन 3 दिन तक चाइनीज आर्मी को आगे बढ़ने से रोके रखा। उनकी स्टेन गन की गोलियां खत्म होने के बाद भी उन्होंने चाइना की चेक पोस्ट पर हमला किया और उनकी एलएमजी छीन ली। इसकी स्थापना 1966 में की है। पंजाबी च हिंदी का रट्टा लाया इसकी स्थापना 1966 ਵਿੱਚ ਕੀਤੀ ਗਈ। ਇਹ ਸਟੈਚੂ ਦੇਖ ਰਹੇ ਹੋ, ਰੈਫਲਮੈਨ ਜਸਵੰਤ ਸਿੰਘ ਰਾਵਤ ਜੀ ਦਾ। ਇਹ 11 ਡੋਗਰਾ ਰੈਜੀਮੈਂਟ ਦੁਆਰਾ ਸਥਾਪਿਤ ਕੀਤਾ ਗਿਆ ਸੀ। ਇੰਡੀਅਨ ਆਰਮੀ 'ਚ ਰੈਜੀਮੈਂਟਸ ਹੁੰਦੀਆਂ ਨੇ, 11 ਡੋਗਰਾ ਨੇ ਸਥਾਪਿਤ ਕਰਵਾਇਆ ਸੀ 15 ਅਗਸਤ 1987 ਵਿੱਚ। ਤੇ ਲੱਕੜ ਦੀ ਅਲਮਾਰੀ ਦੇਖ ਰਹੇ ਹੋ, ਉਹਦੇ ਵਿੱਚ ਬਿਸਤਰਾ ਲੇਆਊਟ ਕੀਤਾ ਗਿਆ ਰੈਫਲਮੈਨ ਜਸਵੰਤ ਸਿੰਘ ਰਾਵਤ ਜੀ ਦਾ, ਔਰ ਉਹਨਾਂ ਦਾ ਓਰੀਜਨਲ ਪਿਕਚਰ ਲੱਗਿਆ ਹੋਇਆ ਹੈ। ਅੱਛਾ ਇਹ ਬਿਸਤਰਾ ਉਹਨਾਂ ਦਾ ਓਰੀਜਨਲ ਨਹੀਂ ਹੈ, ਜਵਾਨ ਦੀ ਕਿੱਟ ਨੂੰ ਲੇਆਊਟ ਕਰਕੇ ਦਿਖਾਇਆ ਗਿਆ। ਅੱਛਾ ਹਾਂਜੀ, ਉਹਨਾਂ ਦੇ ਸਨਮਾਨ ਵਿੱਚ ਲਗਾਇਆ ਗਿਆ। ਠੀਕ ਆ। ਬਿਸਤਰਾ ਹਰ ਮੰਗਲਵਾਰ ਨੂੰ ਧੋ ਕੇ ਪ੍ਰੈਸ ਕਰਕੇ ਇੱਥੇ ਇੱਦਾਂ ਹੀ ਲਗਾਇਆ ਜਾਂਦਾ। ਤੇ ਨੀਚੇ ਇਹਨਾਂ ਦੇ ਸ਼ੂਜ਼ ਰੱਖੇ ਗਏ ਆ, ਜੋ ਕਿ ਡੇਲੀ ਪਾਲਿਸ਼ ਕੀਤੇ ਜਾਂਦੇ ਆ। ਥੱਲੇ ਇਹਨਾਂ ਦਾ ਨਿੱਜੀ ਸਥਾਨ ਹੈ, ਮੰਦਰ ਕਹਿੰਦੇ ਆ ਇਸਨੂੰ। ਤੇ ਉੱਥੇ ਇਹਨਾਂ ਨੂੰ ਸਭ ਤੋਂ ਪਹਿਲਾਂ ਬੈਟੀ, ਬ੍ਰੇਕਫਾਸਟ, ਲੰਚ, ਡਿਨਰ ਸਭ ਤੋਂ ਪਹਿਲਾਂ ਇਹਨਾਂ ਨੂੰ ਭੋਗ ਲਗਵਾਇਆ ਜਾਂਦਾ। ਉਸ ਤੋਂ ਬਾਅਦ ਇਹ ਜਵਾਨਾਂ ਵਿੱਚ ਸਰਵ ਕੀਤਾ ਜਾਂਦਾ। ਇਹਨਾਂ ਦੀ ਕਿਉਂ ਇਦਾਂ ਕੀਤਾ ਜਾਂਦਾ, ਇਹਨਾਂ ਦੀ ਖਾਸੀਅਤ ਦੱਸੋ। ਹਾਂਜੀ, ਦੱਸਦੇ ਹਾਂ। ਹਾਂ ਇਹਨਾਂ ਨੂੰ ਇਹ ਜਗ੍ਹਾ ਇਸ ਲਈ ਪਪੂਲਰ ਹੈ, ਇਸ ਲਈ ਇੰਪੋਰਟੈਂਸ ਰੱਖਦੀ ਹੈ ਕਿਉਂਕਿ ਇਹਨਾਂ ਨੇ 72 ਆਵਰਸ ਤੱਕ ਰੋਕ ਕੇ ਰੱਖਿਆ ਸੀ ਚਾਈਨਾ ਨੂੰ। 72 ਘੰਟੇ 72 ਘੰਟੇ ਤੱਕ ਰੋਕ। ਇਕੱਲੇ ਸੀਗੇ ਇਹ? ਹਾਂਜੀ, ਇਕੱਲੇ ਸੀ। ਇਹਨਾਂ ਨਾਲ 2 ਸਾਥੀ ਸੀ ਇਹਨਾਂ ਦੇ। ਅੱਛਾ, ਬਾਕੀ ਸ਼ਹੀਦ ਹੋ ਗਏ ਸੀਗੇ? ਹਾਂਜੀ, ਬਾਕੀ ਸ਼ਹੀਦ ਹੋ ਗਏ ਸੀ। ਇਹਨਾਂ ਨੇ ਯੂਨਿਟ ਨੂੰ ਪਿੱਛੇ ਮੁੜਨ ਦਾ ਆਰਡਰ ਦਿੱਤਾ ਸੀ, ਹਾਂ। ਪਰ ਇਹ ਪਿੱਛੇ ਗਏ ਨਹੀਂ ਸੀ, ਤੇ ਇੱਥੇ ਹੀ ਲੜੇ ਸੀ। ਐਮੂਨੀਸ਼ਨ ਵਗੈਰਾ ਖਤਮ ਨਹੀਂ ਹੋਇਆ ਸੀ ਇਹਨਾਂ ਦਾ? ਇਹ ਐਮਨੀਸ਼ਨ ਹੈਗਾ ਸੀ, ਤੇ ਇਹ ਚਾਈਨਾ ਦੀ ਐਮਐਮਜੀ ਲੈ ਕੇ ਆਏ ਸੀ, ਉਹਨਾਂ ਨੇ ਐਮਐਮਜੀ ਨਾਲ ਰੋਕਿਆ ਸੀ। ਅੱਛਾ 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 ਹਾਂਜੀ। ਅੱਛਾ। ਤੇ ਇਸ ਲੋਕੇਸ਼ਨ ਤੇ ਤੁਸੀਂ 4 ਜਗ੍ਹਾ ਵਿਜ਼ਿਟ ਕਰ ਸਕਦੇ ਹੋ। ਪਹਿਲਾਂ ਮੈਮੋਰੀਅਲ ਦੇ ਆਲੇ ਦੁਆਲੇ 16 ਫਲੈਗ ਲਹਿਰਾਏ ਜਾਂਦੇ ਨੇ। ਪਹਿਲਾਂ ਨੈਸ਼ਨਲ ਫਲੈਗ ਤੇ ਈਸਟਰਨ ਕਮਾਂਡ ਦਾ, ਫਿਰ ਹੈਗਾ ਕੋਰ ਦਾ ਫਲੈਗ, ਫਿਰ ਹੈਗਾ 71 ਡਿਵੀਜ਼ਨ ਦਾ ਫਲੈਗ। ਉਸ ਤੋਂ ਇਲਾਵਾ 12 ਫਲੈਗ ਉਹ ਨੇ ਜਿਹੜੀਆਂ ਰੈਜੀਮੈਂਟਸ ਨੇ ਪਾਰਟਿਸਿਪੇਟ ਕੀਤਾ ਸੀ, ਹਿੱਸਾ ਲਿੱਤਾ ਸੀ ਆਪਣਾ ਜਦੋਂ ਵਾਰ ਚੱਲੀ ਸੀ, ਜਿਹੜੀਆਂ ਡਿਪਲੋਏ ਸੀ ਇੱਥੇ। ਠੀਕ ਹੈ। ਤੇ ਉਸ ਤੋਂ ਬਾਅਦ ਚਾਈਨੀਜ਼ ਗ੍ਰੇਵਯਾਰਡ ਹੈ ਇੱਥੇ ਚਾਈਨੀਜ਼ ਗ੍ਰੇਵਯਾਰਡ 'ਚ 300 ਤੋਂ ਜ਼ਿਆਦਾ ਚਾਈਨਾ ਦੇ ਸੋਲਜਰ ਦਫਨਾਏ ਗਏ ਸੀ ਜਦੋਂ ਇੰਡੋ ਚਾਈਨਾ ਵਾਰ ਖਤਮ ਹੋਇਆ। ਅੱਛਾ। ਤੇ ਉੱਪਰ ਸਮ੍ਰਿਤੀ ਸਥਲ ਬਣਿਆ ਹੋਇਆ 100 ਮੀਟਰ ਤੇ, ਉੱਥੇ ਉਹ ਪੇੜ ਦਰਖਤ ਹਲੇ ਵੀ ਮੌਜੂਦ ਹੈ ਜਿਹਦੇ ਨੀਚੇ ਇਹਨਾਂ ਨੇ ਆਖਰੀ ਸਾਂਸ ਲਿੱਤੀ ਸੀ। ਅੱਛਾ, ਹੈਡ ਔਰ ਚੈਸਟ 'ਤੇ ਗੋਲੀ ਲੱਗਣੇ ਕਾਰਨ ਇਹਨਾਂ ਨੇ ਆਖਰੀ ਸਾਂਸ ਲਿੱਤੀ ਉੱਥੇ। ਮੰਦਰ ਥੱਲੇ ਬਣਿਆ ਹੋਇਆ ਹੈ ਨਾ? ਇਹਨਾਂ ਨੂੰ 2018 ਵਿੱਚ ਰਿਟਾਇਰ ਕਰ ਦਿੱਤਾ ਗਿਆ ਸੀ। ਅੱਛਾ ਇਹ ਜਦੋਂ ਸ਼ਹੀਦ ਹੋਏ ਉਸ ਤੋਂ ਬਾਅਦ ਵੀ ਸਰਵਿਸ ਵਿੱਚ ਰੱਖੇ ਗਏ। ਠੀਕ। 2018 'ਚ ਇਹਨਾਂ ਨੂੰ ਆਰਮੀ ਕੈਪਟਨ ਰਿਟਾਇਰ ਕੀਤਾ ਗਿਆ। ਇਹਨਾਂ ਦਾ ਲਾਸਟ ਟਾਈਮ ਦਾ ਐਡਰੈਸ ਵੀ ਉੱਪਰ ਪਿਆ ਸਮ੍ਰਿਤੀ ਸਥਲ ਦੇ ਵਿੱਚ, ਤੇ ਕਮਾਂਡ ਪੋਸਟ ਬਣਿਆ ਹੋਇਆ ਉੱਪਰ, ਉਸ ਦੇ ਉੱਪਰ ਸਮ੍ਰਿਤੀ ਸਥਲ ਤੋਂ। ਉਹਦੇ ਵਿੱਚ ਦੱਸਿਆ ਵੀ ਸੋਲਜਰ ਕਿੱਦਾਂ ਲੜਦੇ ਆ, ਕਿੱਦਾਂ ਪਲੈਨਿੰਗ ਹੁੰਦੀ ਆ ਉਹਨਾਂ ਦੀ ਜਦੋਂ ਵਾਰ ਚੱਲਦੀ ਆ। ਇਹਨਾਂ ਦੀ ਮੂਵੀ ਵੀ ਬਣੀ ਹੈ ਇੱਕ 72 ਆਵਰਸ ਕਰਕੇ। ਅੱਛਾ, ਇਹਨਾਂ ਦੀ ਫੈਮਿਲੀ ਵਗੈਰਾ ਤਾਂ ਹੋਏਗੀ ਨਾ? ਫੈਮਿਲੀ ਇਹਨਾਂ ਦੇ 21 ਸਾਲ 3 ਮਹੀਨੇ ਉਮਰ ਸੀ ਵਿਆਹ। ਸਮ੍ਰਿਤੀ ਸਥਲ 100 ਮੀਟਰ ਆ। स्मृति स्थल पर उस बैटल की निशानियां संजोई गई थी। अंदर जा सकते हैं? ਇਹ ਦੱਸਦੇ ਵੀ ਬੰਕਰ ਚ ਰਹਿੰਦੇ ਕਿੱਦਾਂ ਆ? ਜਾਣਾ ਇਹ ਬਣਾਇਆ ਹੋਇਆ ਆ। ਇਹ ਦੱਸਿਆ ਵੀ ਬੰਕਰ ਚ ਹੁੰਦਾ ਕਿੱਦਾਂ ਆ। ऊपर पहाड़ी पर एक कमांड पोस्ट भी बना हुआ था, जिसको देखने के बाद हमें पता चलता है कि कैसे हमारे शूरवीर बहादुर जवान मुश्किल परिस्थितियों में रहते हैं।
इन बंकर्स को देखने के बाद पता चलता है कि एक सैनिक का जीवन कितना कठिन है। ਕੋਈ ਜੀ ਕਰ ਰਿਹਾ ਆਰਮੀ ਵਾਲਿਆਂ ਦੀ ਖੋਜ ਕਰ ਰਹੇ ਕਮਾਂਡ ਪੋਸਟ ਵੀ ਕੀਤਾ पहाड़ी के और ऊपर जाने पर हमें वो बैटलफील्ड भी दिखाई दी जहाँ पर के ये जंग हुई थी। यहीं पर चाइनीज आर्मी का ग्रेवयार्ड भी बना हुआ था। यहाँ पर के राइफलमैन जसवंत सिंह और उनके दो साथियों ने 300 चाइनीज आर्मी वालों को मौत की नींद सुला दिया था। उन्होंने 3 दिन तक चाइनीज सैनिकों को आगे बढ़ने से रोके रखा। इसी पर एक 72 आवर्स मूवी भी बनी हुई है। जसवंत गढ़ के हर एक कोने पर घूमते हुए हमें भारतीय सेना की गौरव गाथा पर मान महसूस हो रहा था। इस समय इस जगह का प्रबंध पंजाब रेजिमेंट के पास था। वहीं पर एक फूड कोर्ट भी था। यहाँ पर आने जाने वाले यात्री भोजन कर सकते हैं। ਹਲਵਾ रेजिमेंट की तरफ से हर यात्री के लिए फ्री चाय का भी बंदोबस्त था। हमने राजमा चावल खाए और अपनी आगे की यात्रा शुरू की। अब हम जंग के स्थान पर पहुंच चुके थे, जहां पर था फोंग फोंग वाटरफॉल। इसे नूरानांग वाटरफॉल भी कहते हैं। ये वाटरफॉल बहुत ही सुंदर और बहुत ही बड़ा था। इसे देखने के लिए हमें पहाड़ी से नीचे उतरना पड़ा। पानी इतनी ऊंचाई से गिर रहा था कि इसकी बूंदें तकरीबन 300-400 मीटर तक फैली हुई थी। इसी वाटरफॉल के नज़दीक माधुरी दीक्षित पर एक गाना फिल्माया गया था जो कि कोयला फिल्म से था। वही गाना यहाँ पर बज रहा था और लोग उस पर डांस कर रहे थे।
हमने यहाँ बहुत बढ़िया समय व्यतीत किया। सभी ने खूब एंजॉय किया। इतना नज़दीक से इतना बड़ा वाटरफॉल देखना हमारे लिए ये पहला एक्सपीरियंस था। वाटरफॉल पर बहुमूल्य समय बिताने के बाद हमने अपना सफ़र जारी रखा। तो ये तवांग के अंदर में पुराना गांव माना जाता है, विलेज माना जाता है। बहुत पुराना, काफ़ी पुराना है। और एक चीज़ है यहाँ पे, मिट्टी और पत्थर का ही घर बनता था यहाँ पे, तो कोई सीमेंट का यूज़ नहीं करता था। अब हम तवांग सिटी के काफ़ी नज़दीक पहुँच चुके थे। धार्मिक पेड़ है वो। ऐसे बता रहे हैं ना कि बर्थ प्लेस भी बोला जाता है। अच्छा, ये बर्थ प्लेस है हाँ, बर्थ प्लेस है 6th दलाई लामा का। 6 दलाई लामा का। और ये पेड़ जो है, इनका जो गिरा हुआ पत्ता है ना सर, हाँ, ये पत्ता रखने से बहुत काम में आता है। जैसे कोई भी बच्चा अगर रात के सपना में बुरा सपना देख के उठ जाता है, तो ये पत्ता रखना चाहिए। अच्छा, गिरा हुआ पत्ता हम उठा सकते हैं। हाँ जी, उठा लो। ऐसा घुर के पेड़ को ऐसा घुर के वो करता है। अच्छा अच्छा, ये बहुत वो है। तो माना जाता है यहाँ का सुबह शाम रोज पूजा पाठ करने के लिए यहाँ का जो लोकल आता है, पूरा घूमता है पूजा करने के लिए। ये चक्की था उनका, मैंने बताया था ना आपको। अच्छा, जो उनके चक्की पानी कहाँ से आ रहा था? वही पानी वही है पूजा किया वाला, तो इसको बहुत माना जाता है। देखो आ सारे पत्ते इधर में उड़ के आए हैं। पंचमी जैसा। सर कहाँ है? सिटी में एंटर करने से पहले अर्जलिंग मोनास्ट्री है। यह मोनास्ट्री 6th दलाई लामा की बर्थ प्लेस है। मोनास्ट्री देखने के बाद हम लोग एक बहुत ही सुंदर रास्ते को पार करने के बाद तवांग सिटी में दाखिल हुए। हमारा होटल सिटी सेंटर में ही था। आज का दिन काफ़ी व्यस्त रहा था। हमें काफ़ी लंबा सफ़र तय करना पड़ा था।